ਇੱਕ ਵਾਰ ਇੱਕ ਬਹੁਤ ਹੀ ਦੁਖੀ ਵਿਅਕਤੀ ਇੱਕ ਮਹਾਤਮਾ ਦੇ ਕੋਲ ਆ ਕੇ ਕਹਿੰਦਾ ਹੈ ਕਿ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ। ਮੈਂ ਆਪਣੇ ਪਰਿਵਾਰ ਨੂੰ ਵੀ ਖੁਸ਼ ਨਹੀਂ ਰੱਖ ਸਕਦਾ। ਮੈਂ ਆਪਣੇ ਆਪ ਲਈ ਵੀ ਕੁਝ ਨਹੀਂ ਕਰ ਪਾ ਰਿਹਾ। ਕਦੇ-ਕਦੇ ਤਾਂ ਮੈਨੂੰ ਆਤਮ ਹੱਤਿਆ ਕਰਨ ਦੇ ਖਿਆਲ ਵੀ ਆਉਂਦੇ ਹਨ। ਤੁਸੀਂ ਇੰਨੀ ਸਾਧਨਾ ਕਰਦੇ ਹੋ, ਇੰਨੀ ਤਪੱਸਿਆ ਕਰਦੇ ਹੋ ਕਿ ਤੁਸੀਂ ਮੈਨੂੰ ਕੋਈ ਅਜਿਹਾ ਮਾਰਗ ਦੱਸ ਸਕਦੇ ਹੋ ਜਿਸ ਨਾਲ ਮੈਂ ਬੁਰੇ ਵਕਤ 'ਚੋਂ ਬਾਹਰ ਆ ਸਕਾਂ। ਮੇਰਾ ਬਹੁਤ ਬੁਰਾ ਸਮਾਂ ਚੱਲ ਰਿਹਾ ਹੈ। 2 ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੇਰੇ ਲਈ ਮੁਸ਼ਕਲ ਹੋ ਗਿਆ ਹੈ। ਹੁਣ ਤੁਸੀਂ ਹੀ ਦੱਸੋ, ਅਜਿਹੇ ਹਾਲਾਤਾਂ 'ਚ ਮੈਂ ਜਿੰਦਾ ਰਹਾਂ ਵੀ ਤਾਂ ਕਿਵੇਂ ਰਹਾਂ? ਕਿਵੇਂ ਆਪਣੇ ਪਰਿਵਾਰ ਨੂੰ ਖੁਸ਼ ਰੱਖਾਂ? ਕਿਰਪਾ ਕਰਕੇ ਮੈਨੂੰ ਕੋਈ ਅਜਿਹਾ ਸਧਾਰਨ ਤਰੀਕਾ ਦੱਸੋ ਜਿਹੜਾ ਮੈਂ ਆਸਾਨੀ ਨਾਲ ਸਮਝ ਸਕਾਂ, ਕਿਉਂਕਿ ਮੈਂ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹਾਂ। ਜੇਕਰ ਤੁਸੀਂ ਵੱਡੀਆਂ ਗਿਆਨ ਦੀਆਂ ਗੱਲਾਂ ਕਰੋਗੇ ਤਾਂ ਸ਼ਾਇਦ ਮੈਂ ਉਹ ਕਦੇ ਸਮਝ ਹੀ ਨਹੀਂ ਪਾਵਾਂਗਾ। ਇਹ ਸੁਣ ਕੇ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਕੀ ਤੂੰ ਮੇਰਾ ਇੱਕ ਕੰਮ ਕਰ ਸਕਦਾ ਹੈ? ਮਹਾਤਮਾ ਨੇ ਸਾਹਮਣੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਉੱਚੀ ਪਹਾੜੀ ਤੇ ਇੱਕ ਮੰਦਿਰ ਹੈ ਅਤੇ ਉਸ ਮੰਦਿਰ ਦੇ ਕੋਲ ਕੀੜੀਆਂ ਦਾ ਇੱਕ ਘਰ ਹੈ ਜਿੱਥੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਹਨ। ਤੈਨੂੰ ਸੁਣਨ ਵਿੱਚ ਬੜਾ ਅਜੀਬ ਲੱਗੂਗਾ, ਪਰ ਉਹ ਕੀੜੀਆਂ ਉਸ ਮੰਦਿਰ ਦੀ ਜ਼ਮੀਨ ਨੂੰ ਖਰਾਬ ਕਰ ਦਿੰਦੀਆਂ ਹਨ। ਉਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦੀਆਂ ਹਨ, ਜਿਸ ਦੇ ਕਾਰਨ ਉੱਥੇ ਕੋਈ ਵੀ ਦਰਖਤ ਜਾਂ ਘਾਹ ਪੈਦਾ ਨਹੀਂ ਹੋ ਪਾਉਂਦਾ। ਤੂੰ ਮੇਰਾ ਇੱਕ ਕੰਮ ਕਰ, ਉਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ। ਤੂੰ 7 ਦਿਨਾਂ ਤੱਕ ਰੋਜ਼ ਉਸ ਪਹਾੜੀ ਤੇ ਜਾਇਆ ਕਰ ਅਤੇ ਉਹਨਾਂ ਕੀੜੀਆਂ ਦੇ ਘਰ ਨੂੰ ਤਹਿਸ ਨਹਿਸ ਕਰ ਦੇ, ਉਸ ਨੂੰ ਤੋੜ ਦੇ। ਜਦੋਂ ਵੀ ਤੈਨੂੰ ਮੰਦਿਰ ਦੇ ਆਲੇ ਦੁਆਲੇ ਕੀੜੀਆਂ ਦਾ ਕੋਈ ਘਰ ਦਿਖੇ ਤਾਂ ਉਸ ਨੂੰ ਉੱਥੇ ਹੀ ਤਹਿਸ ਨਹਿਸ ਕਰ ਦੇਈਂ। ਪਰ ਯਾਦ ਰਹੇ, ਘਰ ਨੂੰ ਤੋੜਦੇ ਹੋਏ ਕੋਈ ਵੀ ਕੀੜੀ ਮਰਨੀ ਨਹੀਂ ਚਾਹੀਦੀ। ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹੋਏ ਉਹ ਵਿਅਕਤੀ ਉੱਥੋਂ ਚਲਾ ਗਿਆ। ਸ਼ਾਇਦ ਉਸ ਨੂੰ ਕੁਝ ਸਮਝ ਨਹੀਂ ਆਇਆ ਸੀ ਕਿ ਮਹਾਤਮਾ ਜੀ ਅਜਿਹਾ ਕਿਉਂ ਕਰਵਾ ਰਹੇ ਹਨ। ਉਹ ਤਾਂ ਉਹਨਾਂ ਕੀੜੀਆਂ ਤੇ ਅਤਿਆਚਾਰ ਕਰਵਾ ਰਹੇ ਹਨ, ਉਹਨਾਂ ਦਾ ਘਰ ਤੜਵਾ ਰਹੇ ਹਨ, ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕੋਈ ਮਹਾਤਮਾ ਅਜਿਹਾ ਕਿਵੇਂ ਕਰ ਸਕਦਾ ਹੈ? ਪਰ ਫਿਰ ਵੀ ਉਸ ਮਹਾਤਮਾ ਦੀ ਗੱਲ ਨੂੰ ਮੰਨਦੇ ਹੋਏ ਉਹ ਅਗਲੇ ਦਿਨ ਤੋਂ ਹੀ ਪਹਾੜੀ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਉਹ ਅਗਲੇ ਦਿਨ ਪਹਾੜੀ ਤੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਬਹੁਤ ਸਾਰੀਆਂ ਕੀੜੀਆਂ ਆਪਣਾ ਭੋਜਨ ਇਕੱਠਾ ਕਰਨ ਵਿੱਚ ਲੱਗੀਆਂ ਹੋਈਆਂ ਸਨ। ਸਾਰੀਆਂ ਕੀੜੀਆਂ ਇੱਕ ਕਤਾਰ ਵਿੱਚ ਚੱਲ ਰਹੀਆਂ ਸਨ ਅਤੇ ਅਨਾਜ ਦੇ ਛੋਟੇ-ਛੋਟੇ ਕਣ ਚੱਕ ਕੇ ਆਪਣੇ ਘਰ ਵਿੱਚ ਜਮ੍ਹਾਂ ਕਰ ਰਹੀਆਂ ਸਨ। ਇਹ ਦੇਖ ਕੇ ਪਹਿਲਾਂ ਤਾਂ ਉਸ ਵਿਅਕਤੀ ਦਾ ਮਨ ਕਮਜ਼ੋਰ ਪੈ ਗਿਆ। ਉਸ ਨੇ ਸੋਚਿਆ ਕਿ ਇਹ ਇੰਨੀ ਮਿਹਨਤ ਕਰਕੇ ਆਪਣਾ ਘਰ ਭਰ ਰਹੀਆਂ ਹਨ ਤੇ ਮੈਂ ਇਹਨਾਂ ਦੇ ਘਰ ਨੂੰ ਤਬਾਹ ਕਰ ਦੇਵਾਂਗਾ ਤਾਂ ਇਹਨਾਂ ਨੂੰ ਕਿੰਨਾ ਬੁਰਾ ਲੱਗੇਗਾ। ਪਰ ਫਿਰ ਉਸਨੇ ਉਸ ਮਹਾਤਮਾ ਦੀ ਗੱਲ ਨੂੰ ਯਾਦ ਕਰਦੇ ਹੋਏ ਉਸ ਘਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਜਲਦੀ ਹੀ ਕੀੜੀਆਂ ਵਿੱਚ ਹਲਚਲ ਮਚ ਗਈ। ਉਹ ਇੱਧਰ-ਉੱਧਰ ਭੱਜਣ ਲੱਗੀਆਂ। ਹੁਣ ਤੱਕ ਜਿਹੜੀਆਂ ਕਤਾਰ ਵਿੱਚ ਚੱਲ ਰਹੀਆਂ ਸਨ ਉਹ ਬਿਖਰ ਗਈਆਂ ਅਤੇ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੀਆਂ। ਥੋੜੀ ਦੇਰ ਵਿੱਚ ਹੀ ਘਰ ਟੁੱਟ ਗਿਆ ਅਤੇ ਸਾਰੀਆਂ ਕੀੜੀਆਂ ਇੱਧਰ-ਉੱਧਰ ਲੁਕਣ ਦੇ ਲਈ ਭੱਜ ਗਈਆਂ ਸਨ। ਇਸ ਤਰ੍ਹਾਂ ਕਰਨ ਤੋਂ ਬਾਅਦ ਉਹ ਵਿਅਕਤੀ ਦੁਖੀ ਮਨ ਨਾਲ ਆਪਣੇ ਘਰ ਨੂੰ ਵਾਪਸ ਮੁੜ ਆਇਆ। ਉਸ ਦਾ ਮਨ ਪਰੇਸ਼ਾਨ ਸੀ, ਦੁਖੀ ਸੀ, ਪਛਤਾਵੇ ਨਾਲ ਭਰਿਆ ਹੋਇਆ ਸੀ। ਫਿਰ ਉਸਨੇ ਆਪਣੇ ਬਿਸਤਰੇ ਵਿੱਚ ਪਏ ਹੋਏ ਨੇ ਸੋਚਿਆ ਕਿ ਹੁਣ ਤਾਂ ਉਹਨਾਂ ਕੀੜੀਆਂ ਦਾ ਘਰ ਤਬਾਹ ਹੋ ਗਿਆ ਹੈ। ਹੁਣ ਉੱਥੇ ਵਾਪਸ ਜਾਣ ਦਾ ਕੀ ਫਾਇਦਾ, ਕਿਉਂਕਿ ਕੀੜੀਆਂ ਦਾ ਘਰ ਤਹਿਸ ਨਹਿਸ ਕਰਨ ਲਈ ਮਹਾਤਮਾ ਜੀ ਨੇ ਕਿਹਾ ਸੀ, ਜਿਹੜਾ ਮੈਂ ਕਰ ਚੁੱਕਿਆ ਹਾਂ। ਪਰ ਫਿਰ ਉਸਨੇ ਕੁਝ ਸੋਚ ਕੇ ਅਗਲੇ ਦਿਨ ਫਿਰ ਤੋਂ ਉੱਥੇ ਜਾਣ ਦਾ ਫੈਸਲਾ ਕਰ ਲਿਆ ਅਤੇ ਅਗਲੇ ਦਿਨ ਸਵੇਰੇ ਉੱਠ ਕੇ ਉਹ ਵਾਪਸ ਉਸੇ ਪਹਾੜੀ ਤੇ ਪਹੁੰਚ ਜਾਂਦਾ ਹੈ। ਪਹਾੜੀ ਤੇ ਪਹੁੰਚਣ ਤੋਂ ਬਾਅਦ ਉਹ ਉਸੇ ਜਗ੍ਹਾ ਪਹੁੰਚਦਾ ਹੈ ਜਿੱਥੇ ਕੱਲ ਉਸਨੇ ਉਸ ਘਰ ਨੂੰ ਤਹਿਸ ਨਹਿਸ ਕਰ ਦਿੱਤਾ ਸੀ।
ਪਰ ਉਹ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਉਹਨਾਂ ਕੀੜੀਆਂ ਨੇ ਆਪਣਾ ਘਰ ਫੇਰ ਤੋਂ ਉਸੇ ਜਗ੍ਹਾ ਤੇ ਬਣਾ ਲਿਆ ਸੀ ਅਤੇ ਹੁਣ ਫੇਰ ਤੋਂ ਆਪਣੇ ਘਰ ਦੇ ਲਈ ਸਮਾਨ ਇਕੱਠਾ ਕਰਨ ਵਿੱਚ ਲੱਗੀਆਂ ਹੋਈਆਂ ਸਨ। ਉਸ ਆਦਮੀ ਨੂੰ ਦੇਖ ਕੇ ਲੱਗਿਆ ਕਿ ਇਹ ਕੀੜੀਆਂ ਕਿੰਨੀਆਂ ਮੂਰਖ ਹਨ। ਇਹਨਾਂ ਨੂੰ ਨਾਲੇ ਪਤਾ ਹੈ ਕਿ ਕੱਲ ਇਹਨਾਂ ਦਾ ਘਰ ਇਸੇ ਜਗ੍ਹਾ ਤੇ ਤਬਾਹ ਕੀਤਾ ਗਿਆ ਹੈ ਅਤੇ ਉਸੇ ਜਗ੍ਹਾ ਤੇ ਇਹਨਾਂ ਨੇ ਆਪਣਾ ਨਵਾਂ ਘਰ ਵੀ ਬਣਾ ਲਿਆ। ਪਰ ਫੇਰ ਤੋਂ ਉਸਨੇ ਮਹਾਤਮਾ ਦੀ ਗੱਲ ਨੂੰ ਯਾਦ ਕਰਦੇ ਹੋਏ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਫੇਰ ਤੋਂ ਉਹਨਾਂ ਕੀੜੀਆਂ ਵਿੱਚ ਹਲਚਲ ਮਚ ਗਈ ਤੇ ਉਹ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੀਆਂ। ਕੁਝ ਹੀ ਦੇਰ ਵਿੱਚ ਉਹਨਾਂ ਦਾ ਘਰ ਫੇਰ ਤੋਂ ਨਸ਼ਟ ਹੋ ਗਿਆ। ਉਸ ਆਦਮੀ ਨੇ ਵਾਪਸ ਜਾਣ ਤੋਂ ਪਹਿਲਾਂ ਆਪਣੀ ਤਸੱਲੀ ਦੇ ਲਈ, ਤਾਂ ਕਿ ਉਹ ਕੀੜੀਆਂ ਫੇਰ ਤੋਂ ਆਪਣਾ ਘਰ ਨਾ ਬਣਾ ਲੈਣ, ਉਹਨਾਂ ਦੇ ਘਰ ਉੱਤੇ ਠੰਡਾ ਪਾਣੀ ਵੀ ਪਾ ਦਿੱਤਾ ਅਤੇ ਇਸ ਤਰ੍ਹਾਂ ਉਹ ਆਪਣਾ ਕਰਮ ਪੂਰਾ ਕਰਕੇ ਆਪਣੇ ਘਰ ਵਾਪਸ ਆ ਗਿਆ। ਅੱਜ ਰਾਤ ਨੂੰ ਸੌਂਦੇ ਹੋਏ ਉਹ ਆਦਮੀ ਫੇਰ ਤੋਂ ਉਹੀ ਸੋਚ ਰਿਹਾ ਸੀ ਕਿ ਕੀ ਮਹਾਤਮਾ ਇਹ ਸਹੀ ਕੰਮ ਕਰਵਾ ਰਹੇ ਨੇ। ਕਿਸੇ ਦਾ ਘਰ ਤਬਾਹ ਕਰਵਾਉਣਾ ਕਿਸੇ ਸਿੱਧ ਪੁਰਸ਼ ਨੂੰ ਸ਼ੋਭਾ ਨਹੀਂ ਦਿੰਦਾ। ਕੀ ਪਤਾ ਉਹ ਸਿੱਧ ਪੁਰਸ਼ ਹੋਵੇ ਹੀ ਨਾ, ਕੀ ਪਤਾ ਉਹ ਮੈਨੂੰ ਬੇਵਕੂਫ ਬਣਾ ਰਿਹਾ ਹੋਵੇ। ਪਰ ਫਿਰ ਉਸਨੇ ਫੈਸਲਾ ਕੀਤਾ ਕਿ ਪਹਿਲਾਂ ਮੈਂ ਆਪਣੇ ਕੰਮ ਨੂੰ ਪੂਰਾ ਕਰ ਲੈਂਦਾ ਹਾਂ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਹਾਤਮਾ ਮੇਰੇ ਤੋਂ ਇਦਾਂ ਕਿਉਂ ਕਰਵਾ ਰਹੇ ਸੀ। ਅਤੇ ਇਹ ਸੋਚ ਕੇ ਉਹ ਰਾਤ ਨੂੰ ਸੌਂ ਜਾਂਦਾ ਹੈ ਅਤੇ ਅਗਲੇ ਦਿਨ ਸਵੇਰੇ ਉੱਠ ਕੇ ਉਹ ਫੇਰ ਤੋਂ ਉਸੇ ਪਹਾੜੀ ਦੇ ਵੱਲ ਚੱਲ ਪੈਂਦਾ ਹੈ। ਪਹਾੜੀ ਤੇ ਪਹੁੰਚ ਕੇ ਉਹ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਉਸਨੇ ਉਹਨਾਂ ਦੇ ਘਰ ਨੂੰ ਤਬਾਹ ਕੀਤਾ ਸੀ ਅਤੇ ਉਹ ਇਹ ਦੇਖ ਕੇ ਖੁਸ਼ ਹੋ ਜਾਂਦਾ ਹੈ ਕਿ ਉੱਥੇ ਕੋਈ ਵੀ ਘਰ ਨਹੀਂ ਸੀ। ਸਾਰੀਆਂ ਕੀੜੀਆਂ ਉੱਥੋਂ ਭੱਜ ਗਈਆਂ ਸਨ। ਹੁਣ ਉਸਨੇ ਸੋਚਿਆ ਕਿ ਹੁਣ ਮੇਰੇ ਰੋਜ਼-ਰੋਜ਼ ਆਉਣ ਦਾ ਕੀ ਫਾਇਦਾ, ਕਿਉਂਕਿ ਕੀੜੀਆਂ ਤਾਂ ਆਪਣਾ ਘਰ ਬਦਲ ਚੁੱਕੀਆਂ ਹਨ ਤੇ ਮਹਾਤਮਾ ਜੀ ਨੇ ਮੈਨੂੰ 7 ਦਿਨ ਆਉਣ ਲਈ ਕਿਹਾ ਸੀ, ਪਰ ਅੱਜ ਤਾਂ ਤੀਜਾ ਹੀ ਦਿਨ ਹੈ। ਹੁਣ ਬਾਕੀ 4 ਦਿਨ ਇੱਥੇ ਆਉਣ ਦਾ ਕੀ ਮਤਲਬ। ਅਤੇ ਇਹ ਸੋਚ ਕੇ ਉਸਨੇ ਫੈਸਲਾ ਕੀਤਾ ਕਿ ਇੱਥੋਂ ਉਹ ਸਿੱਧਾ ਉਸੇ ਮਹਾਤਮਾ ਦੇ ਕੋਲ ਜਾਵੇਗਾ ਅਤੇ ਉਹਨਾਂ ਨੂੰ ਇਹ ਸਾਰੀ ਗੱਲਬਾਤ ਦੱਸੇਗਾ। ਜਦੋਂ ਉਹ ਵਾਪਸ ਮੁੜ ਕੇ ਉਸ ਪਹਾੜੀ ਤੋਂ ਮਹਾਤਮਾ ਦੀ ਕੁਟੀਆ ਦੇ ਵੱਲ ਜਾਣ ਲੱਗਾ ਤਾਂ ਅਚਾਨਕ ਉਸ ਦੀ ਨਜ਼ਰ ਇੱਕ ਹੋਰ ਘਰ ਤੇ ਪਈ, ਜਿਹੜਾ ਕਿ ਕੀੜੀਆਂ ਦਾ ਹੀ ਬਣਾਇਆ ਹੋਇਆ ਸੀ ਅਤੇ ਹੁਣ ਉਹ ਕੀੜੀਆਂ ਨਵੇਂ ਘਰ ਵਿੱਚ ਰਹਿਣ ਲੱਗ ਗਈਆਂ ਸਨ। ਇਹ ਨਵਾਂ ਘਰ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਅਤੇ ਜਦੋਂ ਉਸ ਆਦਮੀ ਦੀ ਨਜ਼ਰ ਉਸ ਘਰ ਉੱਤੇ ਪਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਮਹਾਤਮਾ ਨੂੰ ਪਤਾ ਸੀ ਕਿ ਇਹ ਕੀੜੀਆਂ ਆਪਣਾ ਘਰ ਇੱਥੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਘਰ ਬਣਾ ਲੈਣਗੀਆਂ। ਇਸੇ ਕਾਰਨ ਉਹਨਾਂ ਨੇ ਮੈਨੂੰ 7 ਦਿਨ ਆਉਣ ਲਈ ਕਿਹਾ ਸੀ ਅਤੇ ਇਹ ਸੋਚ ਕੇ ਉਹ ਉਹਨਾਂ ਦਾ ਨਵਾਂ ਘਰ ਵੀ ਤੋੜਨ ਲਈ ਪਹੁੰਚ ਜਾਂਦਾ ਹੈ। ਜਦੋਂ ਉਹ ਉੱਥੇ ਪਹੁੰਚਿਆ ਤਾਂ ਕੀੜੀਆਂ ਉਸੇ ਤਰ੍ਹਾਂ ਆਪਣੇ ਕੰਮ ਵਿੱਚ ਲੱਗੀਆਂ ਹੋਈਆਂ ਸਨ। ਉਹ ਭੋਜਨ ਇਕੱਠਾ ਕਰ ਰਹੀਆਂ ਸਨ ਤੇ ਆਪਣੇ ਘਰ ਵਿੱਚ ਜਮ੍ਹਾਂ ਕਰ ਰਹੀਆਂ ਸਨ। ਕੀੜੀਆਂ ਉਸ ਟੁੱਟੇ ਹੋਏ ਘਰ ਚੋਂ ਵੀ ਅਨਾਜ ਦੇ ਦਾਣੇ ਇਕੱਠੇ ਕਰਕੇ ਆਪਣੇ ਨਵੇਂ ਘਰ ਵਿੱਚ ਲਿਆ ਰਹੀਆਂ ਸਨ। ਹੁਣ ਉੱਥੇ ਫੇਰ ਤੋਂ ਉਸ ਆਦਮੀ ਦਾ ਮਨ ਥੋੜਾ ਕਮਜ਼ੋਰ ਪੈ ਗਿਆ, ਕਿਉਂਕਿ ਉਹ ਖੁਦ ਵੀ ਕਮਜ਼ੋਰ ਸੀ ਤੇ ਖੁਦ ਵੀ ਵਕਤ ਦਾ ਮਾਰਿਆ ਹੋਇਆ ਸੀ। ਇਸੇ ਲਈ ਉਸ ਦੇ ਮਨ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਦਇਆ ਦੀ ਭਾਵਨਾ ਪੈਦਾ ਹੋ ਰਹੀ ਸੀ। ਉਹ ਚਾਹੁੰਦਾ ਤਾਂ ਉਹਨਾਂ ਦੀ ਮਦਦ ਕਰਨਾ ਸੀ, ਪਰ ਉਹ ਉਲਟਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਪਰ ਉਸ ਮਹਾਤਮਾ ਦੀ ਗੱਲ ਨੂੰ ਯਾਦ ਕਰਦੇ ਹੋਏ ਉਸਨੇ ਫੇਰ ਤੋਂ ਉਹਨਾਂ ਕੀੜੀਆਂ ਦੇ ਘਰ ਨੂੰ ਤੋੜਨ ਦਾ ਫੈਸਲਾ ਕੀਤਾ ਅਤੇ ਉਸਨੇ ਇਸ ਵਾਰ ਬੜੀ ਹੀ ਸਾਵਧਾਨੀ ਨਾਲ ਬਿਨਾਂ ਕਿਸੇ ਕੀੜੀ ਨੂੰ ਕੋਈ ਨੁਕਸਾਨ ਪਹੁੰਚਾਏ ਉਸ ਘਰ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਵਕਤ ਥੋੜਾ ਜ਼ਿਆਦਾ ਲੱਗਿਆ, ਕਿਉਂਕਿ ਕਿਸੇ ਵੀ ਕੀੜੀ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਉਣ ਦੀ ਸ਼ਰਤ ਮਹਾਤਮਾ ਨੇ ਉਸ ਦੇ ਅੱਗੇ ਪਹਿਲਾਂ ਹੀ ਰੱਖੀ ਸੀ। ਇਸ ਲਈ ਉਸਨੇ ਬੜੀ ਹੀ ਸਾਵਧਾਨੀ ਨਾਲ ਘਰ ਨੂੰ ਤਬਾਹ ਕਰਨਾ ਸੀ। ਆਖਰਕਾਰ ਉਸਨੇ ਉਸ ਘਰ ਨੂੰ ਵੀ ਤਬਾਹ ਕਰ ਦਿੱਤਾ ਅਤੇ ਉਸ ਘਰ ਨੂੰ
ਤਬਾਹ ਕਰਨ ਤੋਂ ਬਾਅਦ ਉਹ ਪਹਿਲਾਂ ਨਾਲੋਂ ਵੀ ਵੱਧ ਦੁਖੀ ਸੀ, ਕਿਉਂਕਿ ਉਸਨੇ ਉਹਨਾਂ ਦਾ ਨਵਾਂ ਘਰ ਵੀ ਤੋੜ ਦਿੱਤਾ ਸੀ। ਉਹ ਉਹਨਾਂ ਕੀੜੀਆਂ ਨੂੰ ਕਿਤੇ ਵੀ ਵਸਣ ਨਹੀਂ ਦੇ ਰਿਹਾ ਸੀ ਤੇ ਹੁਣ ਉਹ ਆਪਣੇ ਆਪ ਨੂੰ ਸ਼ੈਤਾਨ ਸਮਝਣ ਲੱਗ ਗਿਆ ਸੀ। ਪਰ ਫਿਰ ਵੀ ਉਸ ਮਹਾਤਮਾ ਦੀ ਗੱਲ ਨੂੰ ਮੰਨਦੇ ਹੋਏ ਉਹ ਆਪਣੇ ਘਰ ਦੁਖੀ ਮਨ ਨਾਲ ਵਾਪਸ ਆ ਗਿਆ। ਰਾਤ ਨੂੰ ਸੌਣ ਤੋਂ ਪਹਿਲਾਂ ਉਸਨੇ ਇੱਕ ਵਾਰ ਫੇਰ ਸੋਚਿਆ ਕਿ ਮੈਂ ਕਿੰਨਾ ਵੱਡਾ ਸ਼ੈਤਾਨ ਹਾਂ, ਕਿੰਨਾ ਵੱਡਾ ਰਾਖਸ਼ ਹਾਂ। ਪੁਰਾਣਾ ਘਰ ਤਾਂ ਛੱਡੋ, ਮੈਂ ਉਹਨਾਂ ਕੀੜੀਆਂ ਨੂੰ ਕਿਤੇ ਵੀ ਰਹਿਣ ਲਈ ਜਗ੍ਹਾ ਨਹੀਂ ਦੇ ਰਿਹਾ ਹਾਂ। ਉਹ ਕੀੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ? ਉਹ ਕਿੰਨੇ ਤਰਲੇ ਮਾਰਦੀਆਂ ਹੋਣਗੀਆਂ ਉਸ ਰੱਬ ਨੂੰ ਜਿਹੜਾ ਮੇਰੇ ਦੁਆਰਾ ਇਹ ਕੰਮ ਕਰਵਾ ਰਿਹਾ ਹੈ। ਪਰ ਫਿਰ ਵੀ ਉਸਨੇ ਅਗਲੇ ਦਿਨ ਵੀ ਜਾਣ ਦਾ ਫੈਸਲਾ ਕੀਤਾ ਅਤੇ ਅਗਲੇ ਦਿਨ ਸਵੇਰੇ ਉਹ ਫੇਰ ਤੋਂ ਉੱਥੇ ਪਹੁੰਚ ਗਿਆ। ਉਹ ਇਹ ਦੇਖ ਕੇ ਫੇਰ ਤੋਂ ਹੈਰਾਨ ਰਹਿ ਜਾਂਦਾ ਹੈ ਕਿ ਇਸ ਵਾਰ ਕੀੜੀਆਂ ਨੇ ਫੇਰ ਤੋਂ ਇੱਕ ਨਵੀਂ ਜਗ੍ਹਾ ਤੇ ਘਰ ਬਣਾ ਲਿਆ ਹੁੰਦਾ ਹੈ। ਉਹ ਪਹਿਲਾਂ ਨਾਲੋਂ ਵੀ ਵਧੇਰੇ ਊਰਜਾ ਨਾਲ ਕੰਮ ਕਰ ਰਹੀਆਂ ਸਨ ਅਤੇ ਉਹਨਾਂ ਨੇ ਇੱਕ ਰਾਤ ਵਿੱਚ ਹੀ ਪਹਿਲਾਂ ਨਾਲੋਂ ਵੀ ਵੱਡਾ ਘਰ ਬਣਾ ਲਿਆ ਸੀ ਅਤੇ ਹੁਣ ਉਹ ਫੇਰ ਤੋਂ ਆਪਣਾ ਅਨਾਜ ਅਤੇ ਭੋਜਨ ਇਕੱਠਾ ਕਰਨ ਵਿੱਚ ਜੁਟ ਗਈਆਂ ਸਨ। ਇਹ ਦੇਖ ਕੇ ਉਸ ਆਦਮੀ ਨੂੰ ਲੱਗਿਆ ਕਿ ਇਹ ਕੀੜੀਆਂ ਕਿਸ ਮਿੱਟੀ ਦੀਆਂ ਬਣੀਆਂ ਹਨ। ਮੈਂ ਇਹਨਾਂ ਨੂੰ ਬਾਰ-ਬਾਰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਇਹ ਬਾਰ-ਬਾਰ ਉੱਥੇ ਹੀ ਆਪਣਾ ਘਰ ਬਣਾ ਲੈਂਦੀਆਂ ਹਨ। ਕਿ ਇਹਨਾਂ ਨੂੰ ਪਤਾ ਨਹੀਂ ਕਿ ਮੈਂ ਇਹਨਾਂ ਨੂੰ ਕਦੇ ਵੀ ਇੱਥੇ ਰਹਿਣ ਨਹੀਂ ਦੇਵਾਂਗਾ। ਇਹ ਕੀੜੀ ਹੈ, ਦੇਖਣ ਵਿੱਚ ਇੰਨੀ ਛੋਟੀ ਹੈ, ਪਰ ਫਿਰ ਵੀ ਇਹ ਮੇਰੇ ਤੋਂ ਹਾਰ ਨਹੀਂ ਮੰਨ ਰਹੀ। ਬੜੀ ਹੈਰਾਨੀ ਵਾਲੀ ਗੱਲ ਹੈ, ਇਸ ਵਾਰ ਉਸਨੇ ਬੜੇ ਗੁੱਸੇ ਵਿੱਚ ਉਸ ਘਰ ਨੂੰ ਤਹਿਸ-ਨਹਿਸ ਕਰਨਾ ਸ਼ੁਰੂ ਕਰ ਦਿੱਤਾ। ਪਰ ਇਸ ਵਾਰ ਤਹਿਸ-ਨਹਿਸ ਕਰਦੇ ਹੋਏ ਕੁਝ ਕੀੜੀਆਂ ਉੱਥੇ ਹੀ ਮਰ ਗਈਆਂ, ਉਸਦੇ ਪੈਰਾਂ ਹੇਠ ਕੁਚਲੀਆਂ ਗਈਆਂ। ਕੁਚਲਣ ਤੋਂ ਬਾਅਦ ਜਦੋਂ ਉਹ ਆਪਣੇ ਹੰਕਾਰ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਗੁੱਸੇ ਵਿੱਚ ਉਸਨੇ ਕੀੜੀਆਂ ਨੂੰ ਕਿੰਨੀ ਹਾਨੀ ਪਹੁੰਚਾ ਦਿੱਤੀ ਹੈ। ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਅਤੇ ਉਹ ਰੋਂਦਾ ਹੋਇਆ ਆਪਣੇ ਘਰ ਨੂੰ ਚੱਲ ਪਿਆ। ਰਾਤ ਨੂੰ ਸੌਣ ਸਮੇਂ ਉਸਨੇ ਸੋਚਿਆ ਕਿ ਮੈਂ ਉਹਨਾਂ ਕੀੜੀਆਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰ ਰਿਹਾ ਹਾਂ। ਹੁਣ ਇਸ ਤੋਂ ਜ਼ਿਆਦਾ ਅਤਿਆਚਾਰ ਮੈਂ ਨਹੀਂ ਕਰ ਪਾਵਾਂਗਾ ਅਤੇ ਇਹੀ ਸੋਚ ਕੇ ਉਹ ਅਗਲੇ ਦਿਨ ਉਹਨਾਂ ਕੀੜੀਆਂ ਦੇ ਲਈ ਆਪਣੇ ਘਰੋਂ ਥੋੜਾ ਆਟਾ ਲੈ ਕੇ ਉਸ ਪਹਾੜੀ ਤੇ ਪਹੁੰਚ ਜਾਂਦਾ ਹੈ। ਅੱਜ ਉਸ ਦੇ ਮਨ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਸ਼ਰਧਾ ਦਾ ਭਾਵ ਸੀ, ਦਇਆ ਦਾ ਭਾਵ ਸੀ। ਅੱਜ ਉਹ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਅਤੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਕੀੜੀਆਂ ਫੇਰ ਤੋਂ ਆਪਣੇ ਨਵੇਂ ਘਰ ਨੂੰ ਬਣਾਉਣ ਵਿੱਚ ਲੱਗੀਆਂ ਹੋਈਆਂ ਸਨ। ਉਸਨੇ ਬੜੀ ਹੀ ਦਿਆਲਤਾ ਦੇ ਨਾਲ ਉਹਨਾਂ ਕੀੜੀਆਂ ਨੂੰ ਆਪਣੇ ਘਰੋਂ ਲਿਆਂਦਾ ਹੋਇਆ ਆਟਾ ਖਵਾਇਆ ਅਤੇ ਅਗਲੇ 3 ਦਿਨਾਂ ਤੱਕ ਉਹ ਅਜਿਹਾ ਹੀ ਕਰਦਾ ਰਿਹਾ। ਉਹ ਰੋਜ਼ ਉੱਥੇ ਜਾਂਦਾ ਅਤੇ ਆਪਣੇ ਹੱਥਾਂ ਨਾਲ ਉਹਨਾਂ ਕੀੜੀਆਂ ਨੂੰ ਆਟਾ ਖਵਾਉਂਦਾ। 7 ਦਿਨਾਂ ਬਾਅਦ ਉਸ ਆਦਮੀ ਨੇ ਮਹਾਤਮਾ ਕੋਲ ਪਹੁੰਚ ਕੇ ਹੱਥ ਜੋੜ ਕੇ ਕਿਹਾ ਕਿ ਮਹਾਤਮਾ ਜੀ, ਮੈਨੂੰ ਮਾਫ ਕਰ ਦਿਓ। ਮੈਂ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਲਈ ਬਹੁਤ ਕੋਸ਼ਿਸ਼ ਕੀਤੀ। ਮੈਂ ਉਹਨਾਂ ਦਾ ਘਰ ਇੱਕ ਵਾਰ ਨਹੀਂ ਸਗੋਂ 4 ਵਾਰ ਤਬਾਹ ਕੀਤਾ, ਪਰ ਉਸ ਤੋਂ ਬਾਅਦ ਮੈਂ ਹਿੰਮਤ ਨਹੀਂ ਕਰ ਪਾਇਆ, ਉਹਨਾਂ ਦਾ ਘਰ ਨਹੀਂ ਤੋੜ ਪਾਇਆ। ਮੈਂ ਸਮਝ ਸਕਦਾ ਹਾਂ ਕਿ ਮੈਂ ਤੁਹਾਡਾ ਕੰਮ ਪੂਰਾ ਨਹੀਂ ਕਰ ਪਾਇਆ ਅਤੇ ਇਸ ਦੇ ਬਦਲੇ ਤੁਸੀਂ ਮੈਨੂੰ ਉਹ ਤਰੀਕਾ ਵੀ ਨਹੀਂ ਦੱਸੋਗੇ ਜਿਹੜਾ ਮੈਨੂੰ ਮੇਰੇ ਬੁਰੇ ਸਮੇਂ 'ਚੋਂ ਬਾਹਰ ਕੱਢ ਸਕਦਾ ਹੈ। ਪਰ ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਮੈਂ ਜੋ ਕੀਤਾ ਉਹ ਸਹੀ ਕੀਤਾ ਹੈ। ਇਸ ਲਈ ਮੈਂ ਤੁਹਾਡੇ ਤੋਂ ਆਗਿਆ ਲੈ ਕੇ ਵਾਪਸ ਜਾ ਰਿਹਾ ਹਾਂ। ਕਿਰਪਾ ਕਰਕੇ ਮੈਨੂੰ ਆਪਣੇ ਘਰ ਵਾਪਸ ਜਾਣ ਦੀ ਆਗਿਆ ਦਿਓ। ਇਹ ਗੱਲ ਸੁਣ ਕੇ ਉਸ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ, ਕਿੱਧਰ ਜਾ ਰਿਹਾ ਹੈ? ਇੱਕ ਵਾਰ ਰੁਕ ਤਾਂ ਸਹੀ, ਪਾਣੀ ਵਗੈਰਾ ਪੀ ਲਾ, ਥੋੜੀ ਦੇਰ ਆਰਾਮ ਕਰ ਲੈ, ਫੇਰ ਚਲਾ ਜਾਵੀਂ। ਇਹ ਕਹਿ ਕੇ ਉਹ ਮਹਾਤਮਾ ਉਸ ਆਦਮੀ ਦੇ ਲਈ ਪਾਣੀ ਲੈ ਕੇ ਆਉਂਦਾ ਹੈ। ਪਾਣੀ ਪਿਲਾਉਣ ਤੋਂ ਬਾਅਦ ਮਹਾਤਮਾ ਉਸ ਆਦਮੀ ਨੂੰ ਪੁੱਛਦੇ ਹਨ
कि तू मैनू ये दस कि आखिर तू उन्हां कीड़ियां दा घर तबाह क्यों नहीं कर सकिया। वो कीड़ियां तां छोटियां छोटियां हन ते तेरी देह कितनी ज़्यादा वड्डी है। कित्थे है तेरा जोर, तेरी शक्ति। इस गल का जवाब दिंदे होए उस आदमी ने कहा, महात्मा जी, मैं उन्हां कीड़ियां दे घर नूं कई बार तबाह कर दिता सी। एक बार तां मैं उन्हां कीड़ियां नूं भी हानि पहुंचा दित्ती सी, पर जिस दिन मैं उन्हां नूं हानि पहुंचाई उस दिन मैनूं लग्या कि मैं इन्हां नूं क्यों हानि पहुंचा रहा हाँ, क्यों इन्हां नूं इन्नी तकलीफ दे रहा हाँ। अते उस दिन तो मैं उन्हां नूं नुकसान पहुंचाउण दी थां उन्हां दी सहायता करनी शुरू कर दित्ती। ये सुन के उस महात्मा ने कहा कि यही तां सिੱਖਣ वाली गल है कि एक छोटी जही कीड़ी सानू जीवन का संदेश दे जाती है। मैं तेनू उन्हां कीड़ियां दा घर तबाह करन लई नहीं भेजिया सी, मैं तेनू इसलिए भेजिया सी तां कि तू उन्हां कीड़ियां तो कोई सिੱਖਿਆ लै सके। तां फिर की सिੱਖਿਆ तू उन्हां कीड़ियां तो मैनू दस सकदा है। ये सुन के उस आदमी ने सारी कहानी बयान कर दित्ती। पूरी कहानी सुनन तो बाद महात्मा ने मुस्कुराउंदे होए कहा कि बेटा, पहली सिੱਖਿਆ ਜਿਹੜੀ इन्हां कीड़ियां तो लैण वाली सी ਉਹ ਇਹ ਸੀ कि तू किन्नी ही वार उन्हां दे घर नूं तोड़न दी कोशिश कीती, किन्नी ही वार यतन कीता कि उन्हां दा घर तबाह हो जावे, पर ਉਹ हर वार नवां घर बना लैंदियां सन। उन्हां ने कदे भी हार नहीं मन्नी। जेकर ਉਹ हार मन लैंदियां ਤਾਂ ਉਹ ਕੀੜੀਆਂ ਤੈਨੂੰ ਉੱਥੇ ਨਾ ਮਿਲਦੀਆਂ। ਜੀਵਨ ਕਾਰਜਸ਼ੀਲਤਾ ਦਾ ਨਾਮ ਹੈ, ਕਰਮਸ਼ੀਲਤਾ ਦਾ ਨਾਮ ਹੈ, ਪਰ ਅਸੀਂ ਇਨਸਾਨ ਇੱਕ ਦੋ ਵਾਰ ਹਾਰ ਮਿਲਣ ਤੇ ਹੀ ਟੁੱਟ ਜਾਂਦੇ ਹਾਂ, ਨਿਰਾਸ਼ ਹੋ ਜਾਂਦੇ ਹਾਂ ਅਤੇ ਫਿਰ ਜੀਵਨ ਵਿੱਚ ਕੋਸ਼ਿਸ਼ ਹੀ ਨਹੀਂ ਕਰਦੇ। ਕੁਝ ਲੋਕ ਤਾਂ ਆਪਣੀ ਜ਼ਿੰਦਗੀ ਖਤਮ ਕਰਨ ਲਈ ਤਿਆਰ ਹੋ ਜਾਂਦੇ ਹਨ, ਪਰ ਜਾਨਵਰਾਂ ਵਿੱਚ ਤੂੰ ਇੱਕ ਗੱਲ ਦੇਖੀ ਹੋਵੇਗੀ ਕਿ ਉਹ ਆਪਣਾ ਜੀਵਨ ਕਦੇ ਖੁਦ ਤੋਂ ਖਤਮ ਹੀ ਨਹੀਂ ਕਰ ਸਕਦੇ। ਤੂੰ ਕਦੇ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਜਾਨਵਰ ਨੇ ਆਤਮ ਹੱਤਿਆ ਕਰ ਲਈ, ਭਾਵੇਂ ਉਹ ਜਾਨਵਰ ਕਿੰਨਾ ਵੀ ਭੁੱਖਾ ਕਿਉਂ ਨਾ ਹੋਵੇ, ਕਿੰਨਾ ਵੀ ਦੁਖੀ ਕਿਉਂ ਨਾ ਹੋਵੇ, ਪਰ ਉਹ ਆਪਣੇ ਜੀਵਨ ਦੇ ਲਈ ਹਮੇਸ਼ਾ ਸੰਘਰਸ਼ ਕਰਦਾ ਰਹਿੰਦਾ ਹੈ। ਪਰ ਉਧਰ ਦੂਜੇ ਪਾਸੇ ਇਨਸਾਨ ਇੱਕ ਦੋ ਵਾਰ ਨਿਰਾਸ਼ ਜਾਂ ਦੁਖੀ ਹੋਣ ਤੇ ਹੀ ਆਪਣਾ ਜੀਵਨ ਖਤਮ ਕਰ ਲੈਂਦਾ ਹੈ। ਜੀਵਨ ਤਾਂ ਕਰਮਸ਼ੀਲਤਾ ਹੈ, ਕਰਮ ਕਰਨ ਦਾ ਨਾਮ ਹੈ ਜੀਵਨ, ਅਤੇ ਮੌਤ ਆਖਰੀ ਵਿਸ਼ਰਾਮ ਹੈ, ਪਰਮ ਵਿਸ਼ਰਾਮ ਹੈ। ਇਸੇ ਲਈ ਮੌਤ ਤੋਂ ਪਹਿਲਾਂ ਕਰਮ ਕਰਨਾ ਕਦੇ ਨਾ ਛੱਡੋ, ਕਿਉਂਕਿ ਮੌਤ ਤੋਂ ਬਾਅਦ ਤਾਂ ਤੁਸੀਂ ਪਰਮ ਵਿਸ਼ਰਾਮ ਵਿੱਚ ਹੀ ਚਲੇ ਜਾਓਗੇ। ਤਾਂ ਉਸ ਤੋਂ ਪਹਿਲਾਂ ਕਰਮ ਕਰਨਾ ਕਿਉਂ ਛੱਡ ਰਹੇ ਹੋ, ਕਿਉਂ ਨਿਰਾਸ਼ ਹੋ ਰਹੇ ਹੋ। ਜੇ ਤੁਹਾਡਾ ਇੱਕ ਘਰ ਟੁੱਟ ਗਿਆ ਹੈ ਤਾਂ ਦੂਜਾ ਘਰ ਬਣਾਉਣ ਦਾ ਯਤਨ ਕਰੋ, ਕੋਸ਼ਿਸ਼ ਕਰੋ, ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਇਹ ਤੂੰ ਉਹਨਾਂ ਕੀੜੀਆਂ 'ਚ ਦੇਖ ਹੀ ਚੁੱਕਿਆ ਹੈ। ਦੇਖਣ ਵਿੱਚ ਉਹ ਕੀੜੀਆਂ ਤੇਰੇ ਤੋਂ ਕਿੰਨੀਆਂ ਛੋਟੀਆਂ ਹਨ ਤੇ ਤੂੰ ਉਹਨਾਂ ਤੋਂ ਕਿੰਨਾ ਵੱਡਾ ਹੈ, ਪਰ ਉਹਨਾਂ ਦਾ ਮਨ ਤੇਰੇ ਮਨ ਤੋਂ ਇੰਨਾ ਵੱਡਾ ਹੈ, ਇੰਨਾ ਵਿਸ਼ਾਲ ਹੈ, ਇੰਨਾ ਦ੍ਰਿੜ ਸੰਕਲਪੀ ਹੈ ਕਿ ਵਾਰ-ਵਾਰ ਘਰ ਟੁੱਟਣ ਤੇ ਵੀ ਉਹਨਾਂ ਕੀੜੀਆਂ ਨੇ ਕਦੇ ਹਾਰ ਨਹੀਂ ਮੰਨੀ। ਦੂਜੀ ਸਿੱਖਿਆ ਇੱਥੋਂ ਇਹ ਲੈਣ ਵਾਲੀ ਹੈ ਕਿ ਜਦੋਂ ਵੀ ਸਾਡੇ ਉੱਤੇ ਬੁਰਾ ਸਮਾਂ ਆਉਂਦਾ ਹੈ, ਸਾਨੂੰ ਲੱਗਦਾ ਹੈ ਕਿ ਇਹ ਸਮਾਂ ਕਦੇ ਨਹੀਂ ਜਾਵੇਗਾ, ਇਹ ਸਮਾਂ ਮੇਰੇ ਜੀਵਨ ਨੂੰ ਬਰਬਾਦ ਕਰ ਦੇਵੇਗਾ, ਅਤੇ ਆਪਣੇ ਇਨ੍ਹਾਂ ਖਿਆਲਾਂ ਦੇ ਕਾਰਨ ਜਿਨ੍ਹਾਂ ਦਾ ਅਸਲੀਅਤ ਵਿੱਚ ਕੋਈ ਵੀ ਵਜੂਦ ਨਹੀਂ ਹੈ, ਸਾਡੇ ਮਨ ਨੂੰ ਦੁਖੀ ਕਰ ਦਿੰਦੇ ਹਨ, ਅਤੇ ਇਸੇ ਲਈ ਅਸੀਂ ਯਤਨ ਕਰਨਾ ਵੀ ਛੱਡ ਦਿੰਦੇ ਹਾਂ। ਪਰ ਤੂੰ ਖੁਦ ਸੋਚ, ਵਾਰ-ਵਾਰ ਪ੍ਰਕਿਰਤੀ ਸਾਨੂੰ ਨੁਕਸਾਨ ਪਹੁੰਚਾਵੇਗੀ, ਦੁਖੀ ਕਰੇਗੀ, ਪਰ ਕਦੋਂ ਤੱਕ? ਜੇਕਰ ਅਸੀਂ ਬਾਰ-ਬਾਰ ਉੱਠ ਕੇ ਰੋਜ਼ ਕੋਸ਼ਿਸ਼ ਕਰਦੇ ਰਹਾਂਗੇ ਤਾਂ ਪ੍ਰਕਿਰਤੀ ਵੀ ਸਾਡੇ ਅੱਗੇ ਗੋਡੇ ਟੇਕ ਦੇਵੇਗੀ, ਅਤੇ ਉਹ ਵੀ ਇੱਕ ਦਿਨ ਸਾਡੇ ਉੱਤੇ ਦਇਆਵਾਨ ਹੋ ਜਾਵੇਗੀ, ਅਤੇ ਸਾਨੂੰ ਉਹ ਸਭ ਕੁਝ ਦੇਣ ਲੱਗੇਗੀ ਜਿਸ ਦੀ ਅਸੀਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਤੂੰ ਖੁਦ ਦੇਖਿਆ ਕਿ ਤੂੰ ਉਹਨਾਂ ਕੀੜੀਆਂ ਨੂੰ ਤਬਾਹ ਕਰਨ ਲਈ ਗਿਆ ਸੀ, ਪਰ ਬਾਅਦ ਵਿੱਚ ਤੂੰ ਹੀ ਉਹਨਾਂ ਕੀੜੀਆਂ ਨੂੰ ਅਨਾਜ ਤੇ ਆਟਾ ਦੇਣ ਲੱਗ ਗਿਆ।
ਤੂੰ ਹੀ ਉਹਨਾਂ ਉੱਤੇ ਦਇਆਵਾਨ ਹੋ ਗਿਆ। ਕਿਉਂ ਹੋਇਆ? ਕਿਉਂਕਿ ਤੂੰ ਦੇਖ ਲਿਆ ਕਿ ਉਹ ਕੀੜੀਆਂ ਹਾਰ ਹੀ ਨਹੀਂ ਮੰਨ ਰਹੀਆਂ। ਇਸੇ ਤਰ੍ਹਾਂ ਜੇ ਤੂੰ ਵੀ ਆਪਣੇ ਜੀਵਨ ਵਿੱਚ ਹਾਰ ਨਹੀਂ ਮੰਨੇਗਾ ਤਾਂ ਇੱਕ ਨਾ ਇੱਕ ਦਿਨ ਇਹ ਪ੍ਰਕਿਰਤੀ ਤੈਨੂੰ ਉਹ ਸਭ ਕੁਝ ਦੇਵੇਗੀ ਜਿਹੜਾ ਤੂੰ ਆਪਣੇ ਜੀਵਨ ਵਿੱਚ ਹਾਸਲ ਕਰਨਾ ਚਾਹੁੰਦਾ ਸੀ। ਇਸ ਲਈ 2 ਸਿੱਖਿਆਵਾਂ ਯਾਦ ਰੱਖੀ, ਕਰਮਸ਼ੀਲਤਾ, ਕਾਰਜ ਕਰਦਾ ਰਹੀਂ, ਅਤੇ ਦੂਜਾ ਕਿ ਇੱਕ ਨਾ ਇੱਕ ਦਿਨ ਪ੍ਰਕਿਰਤੀ ਤੈਨੂੰ ਤੇਰੇ ਉਸ ਕਰਮ ਦਾ ਫਲ ਜ਼ਰੂਰ ਦੇਵੇਗੀ। ਧੰਨਵਾਦ।